ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ। ਮੇਰੇ ਪੁੱਤ ਦਾ ਨਵਾਂ ਵਿਆਹ ਹੋਇਆ ਤੇ ਮੇਰੀ ਨੂੰਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ। ਉਹ ਕਮਰੇ ਵਿੱਚੋਂ ਬਾਹਰ ਨਹੀਂ ਸੀ ਆਉਂਦੀ ਤੇ ਉਸਦੇ ਕਮਰੇ ਵਿੱਚੋਂ ਉੱਚੀ ਚੀਕਾਂ ਬਾਹਰ ਮੈਨੂੰ ਸੁਣਦੀਆਂ। ਜੇ ਉਹ ਕਮਰੇ ਵਿੱਚੋਂ ਬਾਹਰ ਆਉਂਦੀ ਵੀ ਤਾਂ ਉਸਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ। ਉਸ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਤੇ ਉਹ ਬਹੁਤ ਹੀ ਜ਼ਿਆਦਾ ਥੱਕੀ ਲੱਗਦੀ। ਮੈਂ ਸੋਚਿਆ ਕਿ ਸ਼ਾਇਦ ਉਹ ਬਿਮਾਰ ਹੋਵੇਗੀ। ਜਦੋਂ ਮੈਂ ਉਸ ਨੂੰ ਇੱਕ ਦਿਨ ਜ਼ਬਰਦਸਤੀ ਪੁੱਛਿਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੰਮੀ ਜੀ, ਤੁਹਾਡਾ ਪੁੱਤ ਤਾਂ ਹਰ ਰੋਜ਼ ਅੰਗਰੇਜ਼ੀ ਫਿਲਮ ਲਗਾ ਕੇ ਮੇਰਾ ਨਾਮ ਸੁਨੀਤਾ ਸੀ। ਮੇਰੇ ਘਰ ਵਾਲੇ ਦੀ ਮੌਤ 3 ਸਾਲ ਪਹਿਲਾਂ ਹੋ ਚੁੱਕੀ ਸੀ ਤੇ ਮੇਰੇ ਇੱਕੋ ਇੱਕ ਪੁੱਤ ਸੀ। ਉਹ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਮੈਂ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। 5 ਸਾਲ ਹੋ ਗਏ ਸਨ ਮੇਰੇ ਪੁੱਤ ਨੂੰ ਦੂਜੀ ਸ਼ਹਿਰ ਵਿੱਚ ਕੰਮ ਕਰਦੇ ਹੋਏ। ਮੈਂ ਉਸਨੂੰ ਬਹੁਤ ਕਹਿੰਦੀ ਕਿ ਤੂੰ ਹੁਣ ਇੱਥੇ ਹੀ ਆਪਣੇ ਸ਼ਹਿਰ ਵਿੱਚ ਕੋਈ ਕੰਮ ਲੱਭ ਲੈ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਹ ਇੱਥੇ ਰਹੇ। ਫਿਰ ਮੈਂ ਉਸਨੂੰ ਜ਼ਬਰਦਸਤੀ ਕਿਹਾ ਕਿ ਹੁਣ ਤਾਂ ਮੇਰੇ ਤੋਂ ਇਕੱਲੀ ਤੋਂ ਨਹੀਂ ਰਿਹਾ ਜਾਂਦਾ, ਕਿਉਂਕਿ ਮੇਰਾ ਹੁਣ ਘਰ ਵਿੱਚ ਇਕੱਲੀ ਦਾ ਦਿਲ ਨਹੀਂ ਲੱਗਦਾ। ਬੁਢਾਪੇ ਵਿੱਚ ਤਾਂ ਇਕੱਲੇ ਬੰਦੇ ਨੂੰ ਘਰ ਵੀ ਖਾਣ ਨੂੰ ਆਉਂਦਾ। ਉਹ ਮੇਰੇ ਜ਼ਿਆਦਾ ਕਹਿਣ ਤੇ ਸਾਡੇ ਸ਼ਹਿਰ ਵਿੱਚ ਹੀ ਕੰਮ ਕਰਨ ਲੱਗ ਪਿਆ ਤੇ ਉਹ ਇੱਥੇ ਮੇਰੇ ਕੋਲ ਰਹਿਣ ਲੱਗ ਪਿਆ। ਮੇਰਾ ਵੀ ਹੁਣ ਦਿਲ ਲੱਗਣ ਲੱਗ ਗਿਆ ਤੇ ਮੈਂ ਹੁਣ ਬਹੁਤ ਹੀ ਖੁਸ਼ ਸੀ। ਇੱਕ ਦਿਨ ਮੇਰੇ ਪੁੱਤ ਦੇ ਦੋਸਤ ਨੇ ਉਸ ਨੂੰ ਵਿਆਹ ਦੀ ਪਾਰਟੀ ਦਾ ਕਾਰਡ ਭੇਜਿਆ ਤਾਂ ਉਹ ਪਾਰਟੀ ਤੇ ਚਲਾ ਗਿਆ। ਜਦੋਂ ਉਹ ਪਾਰਟੀ ਤੋਂ ਵਾਪਸ ਆਇਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਉਸ ਨੂੰ ਦੇਖ ਕੇ ਖੁਸ਼ ਹੋ ਗਈ ਕਿ ਅੱਜ ਬਹੁਤ ਹੀ ਟਾਈਮ ਤੋਂ ਮੇਰੇ ਪੁੱਤ ਦੇ ਮੂੰਹ ਤੇ ਖੁਸ਼ੀ ਝਲਕ ਰਹੀ ਸੀ। ਮੈਂ ਉਸ ਨੂੰ ਪੁੱਛ ਹੀ ਲਿਆ ਕਿ ਅੱਜ ਕੀ ਗੱਲ ਹੈ ਪੁੱਤ, ਤੂੰ ਇੰਨਾ ਖੁਸ਼ ਹੈ? ਤਾਂ ਉਸਨੇ ਮੇਰੀ ਗੱਲ ਨੂੰ ਟਾਲ ਦਿੱਤਾ ਤੇ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ। 2-3 ਦਿਨਾਂ ਬਾਅਦ ਮੇਰੀ ਭੈਣ ਸਾਨੂੰ ਮਿਲਣ ਲਈ ਆਈ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਰਾਜਵੀਰ ਲਈ ਰਿਸ਼ਤਾ ਲੈ ਕੇ ਆਈ ਹਾਂ। ਉਸਨੇ ਮੈਨੂੰ ਕੁੜੀ ਦੀ ਫੋਟੋ ਦਿਖਾਈ। ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ। ਮੈਂ ਉਸਨੂੰ ਕਿਹਾ ਕਿ ਕੁੜੀ ਦੇਖਣ ਵਿੱਚ ਤਾਂ ਬਹੁਤ ਸੋਹਣੀ ਹੈ, ਮੈਨੂੰ ਤਾਂ ਕੁੜੀ ਪਸੰਦ ਹੈ। ਨਾਲੇ ਮੇਰੀ ਭੈਣ ਨੇ ਕਿਹਾ ਕਿ ਕੁੜੀ ਵਧੀਆ ਖਾਨਦਾਨ ਤੋਂ ਹੈ ਤੇ ਉਹਨਾਂ ਦਾ ਪਰਿਵਾਰ ਵੀ ਵਧੀਆ ਹੈ। ਉਸ ਕੁੜੀ ਦਾ ਕੱਦ ਵੀ ਬਹੁਤ ਸੀ। ਮੈਂ ਉਸਨੂੰ ਕਿਹਾ ਕਿ ਮੈਨੂੰ ਤਾਂ ਕੁੜੀ ਪਸੰਦ ਹੈ, ਪਰ ਜਦੋਂ ਰਾਜੀਵ ਆਵੇਗਾ ਉਹੀ ਫੈਸਲਾ ਕਰੇਗਾ, ਫਿਰ ਮੈਂ ਤੈਨੂੰ ਫੋਨ ਤੇ ਦੱਸ ਦੇਵਾਂਗੀ। ਜਦੋਂ ਸ਼ਾਮ ਨੂੰ ਰਾਜੀਵ ਕੰਮ ਤੋਂ ਵਾਪਸ ਆਇਆ ਤਾਂ ਮੈਂ ਉਸਨੂੰ ਰੋਟੀ ਖਾਣ ਤੋਂ ਬਾਅਦ ਪੁੱਛਿਆ ਕਿ ਪੁੱਤ, ਅੱਜ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਿ ਅੱਜ ਤੇਰੀ ਮਾਸੀ ਆਈ ਸੀ। ਤਾਂ ਉਹ ਕਹਿਣ ਲੱਗਾ ਕਿ ਅੱਛਾ, ਫਿਰ ਉਹ ਚਲੇ ਵੀ ਗਏ? ਮੈਂ ਉਸਨੂੰ ਕਿਹਾ ਕਿ ਹਾਂ, ਉਸਨੂੰ ਘਰੇ ਕੰਮ ਸੀ, ਇਸ ਲਈ ਉਹ ਓਨੀ ਪੈਰੀ ਹੀ ਵਾਪਸ ਚਲੀ ਗਈ। ਉਹ ਤੇਰੇ ਲਈ ਇੱਕ ਰਿਸ਼ਤਾ ਲੈ ਕੇ ਆਈ ਸੀ। ਆਹ ਫੋਟੋ ਦੇ ਕੇ ਗਈ ਹੈ ਤੇ ਤੂੰ ਦੇਖ ਲੈ, ਜੇ ਤੈਨੂੰ ਕੁੜੀ ਪਸੰਦ ਹੈ ਤਾਂ ਆਪਾਂ ਰਿਸ਼ਤੇ ਦੀ ਗੱਲ ਅੱਗੇ ਤੋਰ ਲਵਾਂਗੇ। ਤਾਂ ਉਹ ਕੁੜੀ ਦੀ ਫੋਟੋ ਦੇਖ ਕੇ ਕਹਿਣ ਲੱਗਾ ਕਿ ਮੰਮੀ, ਕੁੜੀ ਤਾਂ ਸੋਹਣੀ ਹੈ, ਪਰ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ। ਜਦੋਂ ਰਾਜੀਵ ਨੇ ਇਹ ਗੱਲ ਕਹੀ ਤਾਂ ਮੈਂ ਇੱਕਦਮ ਹੀ ਘਬਰਾ ਗਈ ਕਿ ਰਾਜੀਵ ਨੇ ਇਸ ਤਰ੍ਹਾਂ ਕਿਉਂ ਕਹਿ ਦਿੱਤਾ, ਕਿਉਂਕਿ ਮੈਨੂੰ ਤਾਂ ਉਡੀਕ ਸੀ ਕਿ ਮੈਂ ਕਦੋਂ ਆਪਣੀ ਪੁੱਤ ਦਾ ਵਿਆਹ ਕਰਾਂ। ਤਾਂ ਰਾਜੀਵ ਨੇ ਕਿਹਾ ਕਿ ਮੰਮੀ, ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹਾਂ। ਜਦੋਂ ਉਸਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਇੱਕਦਮ ਹੀ ਚੁੱਪ ਹੋ ਗਈ। ਮੇਰੇ ਦਿਲ ਵਿੱਚ ਆਇਆ ਕਿ ਪਤਾ ਨਹੀਂ ਕਿਹੋ ਜਿਹੇ ਖਾਨਦਾਨ ਤੋਂ ਕੁੜੀ ਉਸਨੇ ਪਸੰਦ ਕਰੀ ਹੋਵੇਗੀ। ਕੁੜੀ ਦੇਖਣ ਵਿੱਚ ਕਿਹੋ ਜਿਹੀ ਹੋਵੇਗੀ। ਮੈਂ ਅਜੇ ਸੋਚ ਹੀ ਰਹੀ ਸੀ ਤਾਂ ਉਸਨੇ ਆਪਣੇ ਮੋਬਾਈਲ ਵਿੱਚ ਉਸ ਕੁੜੀ ਦੀ ਫੋਟੋ ਮੈਨੂੰ ਦਿਖਾਈ। ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੀ। ਮੈਂ ਉਸਨੂੰ ਕਿਹਾ ਕਿ ਕੁੜੀ ਤਾਂ ਸੋਹਣੀ ਹੈ, ਪਰ ਇਹ ਹੈ ਕਿੱਥੋਂ? ਤਾਂ ਉਸਨੇ ਕਿਹਾ ਕਿ ਇਹ ਤਾਂ ਮੈਨੂੰ ਵੀ ਪਤਾ ਨਹੀਂ ਕਿ ਕਿੱਥੋਂ ਹੈ। ਮੈਂ ਇਸ ਦੇ ਘਰ ਦਾ ਤੁਹਾਨੂੰ ਪਤਾ ਕਰਕੇ ਦੱਸ ਦੇਵਾਂਗਾ। ਜੇ ਤੁਹਾਨੂੰ ਕੁੜੀ ਪਸੰਦ ਹੈ ਤਾਂ ਮੈਂ ਇਸ ਦੇ ਨਾਲ ਹੀ ਵਿਆਹ ਕਰਵਾਵਾਂਗਾ। ਮੈਂ ਹੋਰ ਕਿਸੇ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਵਾਂਗਾ। ਜਦੋਂ ਰਾਜੀਵ ਨੇ ਮੈਨੂੰ ਆਪਣਾ ਫੈਸਲਾ ਸੁਣਾ ਹੀ ਦਿੱਤਾ ਤਾਂ ਮੈਂ ਵੀ ਆਪਣੇ ਮਨ ਵਿੱਚ ਸੋਚਿਆ ਕਿ ਜੇ ਮੇਰੇ ਪੁੱਤ ਦੀ ਇਸੇ ਵਿੱਚ ਖੁਸ਼ੀ ਹੈ ਤਾਂ ਮੈਂ ਉਸਨੂੰ ਮਨਾ ਨਹੀਂ ਕਰਾਂਗੀ। ਮੈਂ ਉਸਨੂੰ ਕਹਿ ਦਿੱਤਾ ਕਿ ਤੂੰ ਇਸ ਦੇ ਘਰ ਦਾ ਪਤਾ ਕਰਕੇ ਮੈਨੂੰ ਦੱਸ, ਮੈਂ ਆਪ ਇਹਨਾਂ ਦੇ ਘਰ ਰਿਸ਼ਤਾ ਲੈ ਕੇ ਜਾਵਾਂਗੀ। ਫਿਰ 2-3 ਦਿਨਾਂ ਬਾਅਦ ਜਦੋਂ ਰਾਜੀਵ ਨੇ ਉਸ ਕੁੜੀ ਦੇ ਘਰਦਿਆਂ ਦਾ ਪਤਾ ਮੈਨੂੰ ਦੱਸਿਆ ਤਾਂ ਮੈਂ ਤੇ ਰਾਜੀਵ ਅਸੀਂ ਉਹਨਾਂ ਦੇ ਘਰ ਚਲੇ ਗਏ। ਉਸ ਕੁੜੀ ਦੇ ਮੰਮੀ ਪਾਪਾ ਨੂੰ ਮੈਂ ਕਿਹਾ ਕਿ ਅਸੀਂ ਤੁਹਾਡੀ ਕੁੜੀ ਦਾ ਰਿਸ਼ਤਾ ਆਪਣੇ ਬੇਟੇ ਨੂੰ ਕਰਨਾ ਚਾਹੁੰਦੇ ਹਾਂ। ਤਾਂ ਉਸ ਕੁੜੀ
ਤੇ ਦੇ ਮਾਂ-ਪਿਓ ਨੇ ਕਿਹਾ ਕਿ ਸਾਨੂੰ ਥੋੜ੍ਹਾ ਟਾਈਮ ਦਿਓ, ਅਸੀਂ ਤੁਹਾਨੂੰ ਫਿਰ ਦੱਸ ਦੇਵਾਂਗੇ। ਉਹਨਾਂ ਨੇ ਸਾਡੀ ਪੁੱਛ ਪੜਤਾਲ ਕਰੀ ਤੇ ਫਿਰ ਇੱਕ ਦਿਨ ਮੈਨੂੰ ਫੋਨ ਆਇਆ ਕਿ ਸਾਨੂੰ ਰਾਜੀਵ ਪਸੰਦ ਹੈ, ਅਸੀਂ ਇਸ ਰਿਸ਼ਤੇ ਲਈ ਤਿਆਰ ਹਾਂ। ਫਿਰ ਜਦੋਂ ਰਿਸ਼ਤੇ ਦੀ ਗੱਲ ਅੱਗੇ ਵਧੀ ਤਾਂ ਉਹਨਾਂ ਨੇ ਵਿਆਹ ਦੀ ਤਾਰੀਖ ਰੱਖ ਦਿੱਤੀ ਤੇ ਅਸੀਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਫਿਰ ਰਾਜੀਵ ਦਾ ਵਿਆਹ ਹੋ ਗਿਆ ਤੇ ਮੰਜੂ ਮੇਰੇ ਘਰ ਦੀ ਨੂੰਹ ਬਣ ਕੇ ਸਾਡੇ ਘਰ ਵਿੱਚ ਆ ਗਈ। ਜਦੋਂ ਮੰਜੂ ਸਾਡੇ ਘਰ ਆਏ ਤਾਂ ਘਰ ਵਿੱਚ ਹੋਰ ਵੀ ਰੌਣਕ ਵੱਧ ਗਈ। ਮੈਂ ਖੁਸ਼ ਸੀ ਕਿ ਘਰ ਵਿੱਚ ਇੱਕ ਜੀਅ ਹੋਰ ਵੱਧ ਗਿਆ। ਜਦੋਂ ਸੁਹਾਗ ਰਾਤ ਤੋਂ ਅਗਲੇ ਦਿਨ ਮੈਂ ਆਪਣੀ ਨੂੰਹ ਨੂੰ ਕੁਝ ਰਸਮਾਂ ਦੇ ਲਈ ਬੁਲਾਇਆ ਤਾਂ ਉਹ ਮੈਨੂੰ ਬਹੁਤ ਹੀ ਜ਼ਿਆਦਾ ਥੱਕੀ ਮਹਿਸੂਸ ਹੋ ਰਹੀ ਸੀ। ਮੈਂ ਸੋਚਿਆ ਕਿ ਸ਼ਾਇਦ ਉਸ ਦੀ ਤਬੀਅਤ ਠੀਕ ਨਹੀਂ ਹੋਵੇਗੀ ਤਾਂ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਪੁੱਤ, ਤੇਰੀ ਸਿਹਤ ਠੀਕ ਨਹੀਂ? ਤਾਂ ਉਹ ਕਹਿਣ ਲੱਗੀ ਕਿ ਮੰਮੀ ਜੀ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਵਿਆਹ ਦੇ ਕਰਕੇ ਥਕਾਵਟ ਜ਼ਿਆਦਾ ਹੋ ਗਈ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਵੀ ਰੈਸਟ ਨਹੀਂ ਹੋਈ ਤੇ ਵਿਆਹ ਵਾਲੇ ਦਿਨ ਵੀ ਬਹੁਤ ਥੱਕ ਗਏ। ਮੈਂ ਵੀ ਸਮਝ ਸਕਦੀ ਸੀ ਕਿ ਇੱਕ ਨਵੀਂ ਵਿਆਹੀ ਕੁੜੀ ਦੇ ਲਈ ਕਿੰਨਾ ਔਖਾ ਹੁੰਦਾ ਹੈ। ਸਾਰਾ ਦਿਨ ਰਸਮਾਂ ਇੱਧਰੋਂ ਉੱਧਰੋਂ ਇੱਧਰ ਹੁੰਦੀਆਂ ਹਨ। ਮੈਂ ਉਸ ਨੂੰ ਕਿਹਾ ਕਿ ਪੁੱਤ, ਥੋੜ੍ਹੀਆਂ ਜਿਹੀਆਂ ਰਸਮਾਂ ਰਹਿ ਗਈਆਂ ਹਨ, ਬਸ ਤੂੰ ਇਹ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਰੈਸਟ ਕਰ ਲਵੀਂ। ਜਦੋਂ ਅਸੀਂ ਰਸਮਾਂ ਖਤਮ ਕਰ ਲਈਆਂ ਤਾਂ ਉਹ ਆਪਣੇ ਕਮਰੇ ਵਿੱਚ ਚਲੀ ਗਈ। ਉਹਨਾਂ ਦੇ ਵਿਆਹ ਨੂੰ 2-3 ਦਿਨ ਹੋ ਗਏ ਸਨ, ਪਰ ਮੰਜੂ ਕਮਰੇ ਵਿੱਚੋਂ ਬਹੁਤ ਹੀ ਜ਼ਿਆਦਾ ਘੱਟ ਨਿਕਲਦੀ ਸੀ। ਮੈਂ ਸੋਚਿਆ ਕਿ ਸ਼ਾਇਦ ਨਵੇਂ ਵਿਆਹਿਆ ਜੋੜਾ ਹੈ ਤੇ ਦੋਵੇਂ ਜੀਅ ਆਪਸ ਵਿੱਚ ਰਹਿ ਕੇ ਹੀ ਖੁਸ਼ ਹਨ। ਮੈਂ ਕਦੇ ਵੀ ਮੰਜੂ ਨੂੰ ਨਾ ਕਿਹਾ ਕਿ ਪੁੱਤ ਤੂੰ ਬਾਹਰ ਆ ਜਾ, ਤੇ ਨਾ ਹੀ ਮੈਂ ਰਾਜੀਵ ਨੂੰ ਕਿਹਾ ਕਿ ਤੁਸੀਂ ਕੁਝ ਟਾਈਮ ਬਾਹਰ ਵੀ ਮੇਰੇ ਕੋਲ ਬੈਠ ਜਾਇਆ ਕਰੋ। ਉਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦੇ ਸਨ। ਮੈਂ ਇਕੱਲੀ ਹੀ ਘਰ ਵਿੱਚ ਕੰਮ ਕਰਦੀ ਸੀ, ਕਿਉਂਕਿ ਘਰ ਵਿੱਚ ਕੋਈ ਵੀ ਨੌਕਰਾਣੀ ਨਹੀਂ ਸੀ ਲੱਗੀ। ਇਸੇ ਤਰ੍ਹਾਂ ਵਿਆਹ ਨੂੰ 1 ਹਫ਼ਤਾ ਹੋ ਗਿਆ, ਪਰ ਮੰਜੂ ਕਦੇ ਵੀ ਕਮਰੇ ਵਿੱਚੋਂ ਬਾਹਰ ਨਹੀਂ ਆਈ ਤੇ ਨਾ ਹੀ ਉਸਨੇ ਮੇਰੇ ਨਾਲ ਕੋਈ ਕੰਮ ਕਰਵਾਇਆ। ਹੁਣ ਤਾਂ ਮੈਂ ਵੀ ਥੱਕ ਗਈ ਸੀ, ਕਿਉਂਕਿ ਪਹਿਲਾਂ ਵਿਆਹ ਦੇ ਕਰਕੇ ਥਕਾਵਟ ਸੀ ਤੇ ਹੁਣ ਘਰ ਦਾ ਕੰਮ ਕਾਜ ਵੀ ਵੱਧ ਗਿਆ ਸੀ, ਕਿਉਂਕਿ ਰਾਜੀਵ ਹੁਣ ਘਰ ਵਿੱਚ ਹੀ ਰਹਿੰਦਾ ਸੀ ਤੇ ਹੁਣ ਮੰਜੂ ਵੀ ਇੱਥੇ ਹੀ ਸੀ। ਸਾਰਾ ਦਿਨ ਹੀ ਮੇਰੇ ਤੋਂ ਘਰ ਦਾ ਕੰਮ ਖਤਮ ਨਹੀਂ ਸੀ ਹੁੰਦਾ। ਇੱਕ ਦਿਨ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਸੀ ਤਾਂ ਮੈਂ ਰਾਜੀਵ ਨੂੰ ਕਹਿ ਹੀ ਦਿੱਤਾ ਕਿ ਪੁੱਤ, ਹੁਣ ਤਾਂ ਮੰਜੂ ਮੇਰੇ ਨਾਲ ਕੁਝ ਮਦਦ ਕਰਵਾ ਦਿਆ ਕਰੇ, ਕਿਉਂਕਿ ਹੁਣ ਤਾਂ ਮੇਰੇ ਤੋਂ ਵੀ ਘਰ ਦਾ ਕੰਮ ਨਹੀਂ ਹੁੰਦਾ। ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੰਮੀ, ਇਹ ਗੱਲ ਤੁਸੀਂ ਮੰਜੂ ਨੂੰ ਨਾ ਕਿਹੋ, ਮੰਜੂ ਇੱਥੇ ਕੰਮ ਕਰਨ ਲਈ ਨਹੀਂ ਆਈ, ਉਹ ਤਾਂ ਸਿਰਫ ਮੇਰੇ ਲਈ ਹੀ ਇੱਥੇ ਆਈ ਹੈ। ਘਰ ਦਾ ਕੰਮ ਜੇ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਤੁਸੀਂ ਇੱਕ ਨੌਕਰਾਣੀ ਰੱਖ ਲਵੋ, ਪਰ ਮੰਜੂ ਘਰ ਦਾ ਕੰਮ ਨਹੀਂ ਕਰੇਗੀ, ਉਸ ਨੂੰ ਮੇਰੇ ਨਾਲ ਹੀ ਰਹਿਣ ਦਿਆ ਕਰੋ। ਤੁਸੀਂ ਕਦੇ ਵੀ ਮੰਜੂ ਨੂੰ ਕੋਈ ਕੰਮ ਨਹੀਂ ਕਹਿਣਾ। ਜਦੋਂ ਮੇਰੇ ਪੁੱਤ ਨੇ ਮੈਨੂੰ ਇਹ ਕਹਿ ਦਿੱਤਾ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ। ਮੈਂ ਸੋਚਿਆ ਕਿ ਸ਼ਾਇਦ ਹੁਣ ਇਸ ਦੀ ਘਰ ਵਾਲੀ ਆ ਗਈ ਹੈ ਤੇ ਮੇਰੀ ਕੋਈ ਲੋੜ ਨਹੀਂ। ਮੇਰੇ ਮਨ ਵਿੱਚ ਤਰ੍ਹਾਂ ਦੇ ਖਿਆਲ ਆਉਣ ਲੱਗੇ ਕਿ ਸ਼ਾਇਦ ਮੈਂ ਹੁਣ ਬੁੱਢੀ ਹੋ ਗਈ ਤੇ ਮੇਰੀ ਉਸ ਨੂੰ ਕੋਈ ਜ਼ਰੂਰਤ ਹੀ ਨਹੀਂ। ਫਿਰ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਮੈਂ ਹੁਣ ਰਾਜੀਵ ਨੂੰ ਕਦੇ ਵੀ ਨਹੀਂ ਕਹਾਂਗੀ ਕਿ ਤੂੰ ਮੰਜੂ ਨੂੰ ਕੋਈ ਕੰਮ ਕਰਨ ਲਈ ਕਹਿ। ਅਗਲੇ ਹੀ ਦਿਨ ਸਾਡੇ ਘਰ ਇੱਕ ਨੌਕਰਾਣੀ ਆ ਗਈ ਤੇ ਉਸਨੇ ਸਾਰੇ ਘਰ ਦਾ ਕੰਮ ਸੰਭਾਲ ਲਿਆ। ਹੁਣ ਤਾਂ ਮੈਨੂੰ ਵੀ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ, ਕਿਉਂਕਿ ਉਹ ਰੋਟੀ ਬਣਾਉਣਾ, ਬਰਤਨ ਸਾਫ਼ ਕਰਨਾ, ਕੱਪੜੇ ਧੋਣਾ, ਸਾਫ਼ ਸਫਾਈ ਦਾ ਕੰਮ ਉਹ ਨੌਕਰਾਣੀ ਹੀ ਕਰ ਲੈਂਦੀ ਸੀ। ਪਰ ਮੈਂ ਤਾਂ ਇਸ ਗੱਲ ਨੂੰ ਸੋਚ ਕੇ ਪਰੇਸ਼ਾਨ ਸੀ ਕਿ ਮੰਜੂ ਇਸ ਤਰ੍ਹਾਂ ਸਾਰਾ ਦਿਨ ਕਮਰੇ ਵਿੱਚ ਬੰਦ ਕਿਉਂ ਰਹਿੰਦੀ ਹੈ। ਮੈਨੂੰ ਪਤਾ ਸੀ ਕਿ ਇੱਕ ਨਵੇਂ ਵਿਆਹੇ ਜੋੜੇ ਨੂੰ ਆਪਣੇ ਲਈ ਟਾਈਮ ਜ਼ਰੂਰੀ ਹੁੰਦਾ ਹੈ, ਪਰ ਇਹ ਵੀ ਨਹੀਂ ਹੁੰਦਾ ਕਿ ਉਹ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਹੀ ਬੰਦ ਰਹਿਣ ਤੇ ਹੋਰ ਘਰ ਦੇ ਬਾਰੇ ਸੋਚਣ ਹੀ ਨਾ। ਮੇਰੇ ਨੂੰਹ ਪੁੱਤ ਤਾਂ ਸਾਰਾ ਦਿਨ ਹੀ ਆਪਣੇ ਕਮਰੇ ਵਿੱਚ ਬੰਦ ਹੀ ਰਹਿੰਦੇ ਸਨ। ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਸੀ ਕਿ ਨਵਾਂ ਵਿਆਹਿਆ ਜੋੜਾ ਇਸ ਤਰ੍ਹਾਂ ਸਾਰਾ ਦਿਨ ਹੀ ਕਮਰੇ ਵਿੱਚ ਬੰਦ ਰਹੇ। ਮੈਨੂੰ ਤਾਂ ਬਹੁਤ ਅਜੀਬ ਲੱਗਦਾ ਸੀ। ਮੈਨੂੰ ਤਾਂ ਇਹ ਸੋਚ ਕੇ ਹੈਰਾਨੀ ਹੁੰਦੀ ਸੀ ਕਿ ਮੰਜੂ ਨੂੰ ਵੀ ਕਦੇ ਸ਼ਰਮ ਨਹੀਂ ਸੀ ਆਉਂਦੀ ਕਿ ਉਹ ਸਾਰਾ ਦਿਨ ਹੀ ਆਪਣੇ ਪਤੀ ਦੇ ਨਾਲ ਕਮਰੇ ਵਿੱਚ ਬੰਦ ਹੀ ਰਹਿੰਦੀ ਸੀ। ਪਰ ਮੈਂ ਕਰ ਵੀ ਕੀ ਸਕਦੀ ਸੀ, ਕਿਉਂਕਿ ਮੇਰਾ ਪੁੱਤ ਹੀ ਇਸ ਤਰ੍ਹਾਂ ਦਾ ਸੀ। ਜਦੋਂ ਮੇਰੇ ਪੁੱਤ ਨੂੰ ਹੀ ਮੇਰੀ ਪਰਵਾਹ ਨਹੀਂ ਸੀ ਤਾਂ ਉਸ ਬੇਗਾਨੀ ਧੀ ਨੂੰ ਤਾਂ ਮੇਰੀ ਕੀ ਪਰਵਾਹ ਹੋਣੀ ਸੀ। ਮੈਨੂੰ ਤਾਂ ਇਹ ਸ਼ਰਮ ਆਉਂਦੀ ਸੀ ਕਿ ਜੇ ਕੋਈ ਆਂਢ ਗੁਆਂਢ ਦੀ ਔਰਤ ਸਾਡੇ ਘਰ ਆ ਗਈ ਤਾਂ ਉਹ ਕੀ ਕਹੇਗੀ ਕਿ ਤੇਰੀ ਨੂੰਹ ਤਾਂ ਸਾਰਾ ਦਿਨ ਹੀ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦੀ। ਮੈਨੂੰ ਤਾਂ ਸ਼ਰਮ ਮਹਿਸੂਸ ਹੁੰਦੀ ਸੀ ਕਿ ਆਂਢ ਗੁਆਂਢ ਦੇ ਲੋਕ ਕਰਨਗੇ ਕਿ ਹੁਣ ਤਾਂ ਤੇਰਾ ਪੁੱਤ ਵੀ ਕੰਮ ਤੇ ਨਹੀਂ ਜਾਂਦਾ,
ਜਦੋਂ ਦਾ ਵਿਆਹ ਹੋਇਆ ਹੈ ਆਪਣੇ ਘਰ ਵਾਲੀ ਦਾ ਗੁਲਾਮ ਬਣ ਕੇ ਹੀ ਰਹਿ ਗਿਆ। ਇੱਕ ਦਿਨ ਰਾਜੀਵ ਕੰਮ ਤੇ ਗਿਆ ਤਾਂ ਮੈਂ ਅੱਜ ਸੋਚ ਲਿਆ ਕਿ ਅੱਜ ਮੈਂ ਮੰਜੂ ਦੇ ਨਾਲ ਗੱਲ ਕਰਕੇ ਹੀ ਰਹਾਂਗੀ ਕਿ ਆਖਰ ਗੱਲ ਕੀ ਹੈ। ਤਾਂ ਜਦੋਂ ਮੈਂ ਮੰਜੂ ਦੇ ਕਮਰੇ ਦਾ ਗੇਟ ਖੜਕਾਇਆ ਤਾਂ ਮੰਜੂ ਨੇ ਜਦੋਂ ਗੇਟ ਖੋਲ੍ਹਿਆ ਤਾਂ ਉਸਦਾ ਚਿਹਰਾ ਬਹੁਤ ਹੀ ਉਦਾਸ ਸੀ ਤੇ ਉਹ ਬਹੁਤ ਹੀ ਜ਼ਿਆਦਾ ਥੱਕੀ ਹੋਈ ਸੀ, ਜਿਵੇਂ ਕੋਈ ਉਸਨੇ ਬਹੁਤ ਹੀ ਭਾਰਾ ਕੰਮ ਕਰਿਆ ਹੋਵੇ। ਮੈਂ ਤਾਂ ਉਸਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਕਿ ਉਸਨੇ ਕੋਈ ਕੰਮ ਵੀ ਨਹੀਂ ਕਰਿਆ ਤੇ ਉਸਦੇ ਚਿਹਰੇ ਤੇ ਤਾਂ ਕੋਈ ਰੌਣਕ ਵੀ ਨਹੀਂ। ਆਖਰ ਨਵੀਂ ਵਿਆਹੀ ਕੁੜੀ ਦੇ ਚਿਹਰੇ ਤੇ ਤਾਂ ਰੰਗ ਰੂਪ ਹੀ ਵੱਖਰਾ ਹੁੰਦਾ ਹੈ, ਪਰ ਮੰਜੂ ਦੇ ਚਿਹਰੇ ਤੇ ਤਾਂ ਕੋਈ ਅਜਿਹਾ ਕੁਝ ਵੀ ਨਹੀਂ ਸੀ। ਉਸਦੀਆਂ ਅੱਖਾਂ ਦੇ ਥੱਲੇ ਤਾਂ ਕਾਲੇ ਘੇਰੇ ਬਣੇ ਹੋਏ ਸਨ ਤੇ ਉਸਦੀ ਗਰਦਨ ਦੇ ਉੱਪਰ ਵੀ ਨਿਸ਼ਾਨ ਸਨ। ਮੈਨੂੰ ਦੇਖ ਕੇ ਮੰਜੂ ਨੇ ਕਿਹਾ ਕਿ ਮੰਮੀ ਜੀ ਕੋਈ ਕੰਮ ਸੀ? ਤਾਂ ਮੈਂ ਉਸਨੂੰ ਕਿਹਾ ਕਿ ਨਹੀਂ ਧੀਏ, ਮੈਂ ਤਾਂ ਤੇਰੇ ਨਾਲ ਕੋਈ ਗੱਲ ਕਰਨੀ ਹੈ। ਤਾਂ ਉਸਨੇ ਕਿਹਾ ਕਿ ਆਓ ਮੰਮੀ ਤੇ ਮੈਨੂੰ ਬੈੱਡ ਤੇ ਬੈਠਣ ਲਈ ਕਹਿ ਦਿੱਤਾ ਤੇ ਆਪ ਵੀ ਮੇਰੇ ਕੋਲ ਹੀ ਬੈਠ ਗਈ। ਜਦੋਂ ਮੰਜੂ ਮੇਰੇ ਕੋਲ ਬੈਠੀ ਤਾਂ ਮੈਂ ਉਸਨੂੰ ਕਿਹਾ ਕਿ ਦੇਖ ਧੀਏ, ਮੈਨੂੰ ਪਤਾ ਕਿ ਹਰ ਨਵੇਂ ਵਿਆਹੇ ਪਤੀ ਪਤਨੀ ਨੂੰ ਇਹੀ ਹੁੰਦਾ ਕਿ ਉਹ ਜ਼ਿਆਦਾ ਟਾਈਮ ਇੱਕ ਦੂਜੇ ਦੇ ਨਾਲ ਹੀ ਗੁਜ਼ਾਰਨ, ਪਰ ਪੁੱਤ ਘਰ ਪਿਆਰ ਨਾਲ ਨਹੀਂ ਚੱਲਦੇ, ਢਿੱਡ ਪਿਆਰ ਨਾਲ ਨਹੀਂ ਭਰਦਾ। ਜੇ ਰਾਜੀਵ ਇਸੇ ਤਰ੍ਹਾਂ ਹੀ ਘਰ ਵਿੱਚ ਛੁੱਟੀ ਮਾਰ ਕੇ ਘਰ ਵਿੱਚ ਹੀ ਰਹਿੰਦਾ ਰਿਹਾ ਤਾਂ ਆਪਣੇ ਘਰ ਦਾ ਕੀ ਹੋਵੇਗਾ। ਰਾਜੀਵ ਨੇ ਤਾਂ ਵਿਆਹ ਤੋਂ ਪਹਿਲਾਂ ਕਦੇ ਵੀ ਕੋਈ ਛੁੱਟੀ ਨਹੀਂ ਸੀ ਕੀਤੀ ਤੇ ਹੁਣ ਤਾਂ ਉਹ ਹਫ਼ਤੇ ਵਿੱਚ 3-3 ਦਿਨ ਕੰਮ ਤੇ ਹੀ ਨਹੀਂ ਜਾਂਦਾ। ਤੂੰ ਹੀ ਉਸਨੂੰ ਕੁਝ ਸਮਝਾ। ਜੇ ਉਹ ਇਸੇ ਤਰ੍ਹਾਂ ਹੀ ਛੁੱਟੀਆਂ ਕਰਦਾ ਰਿਹਾ ਤਾਂ ਉਹ ਕੰਮ ਤੋਂ ਉਸਨੂੰ ਕੱਢ ਦਿੱਤਾ ਜਾਵੇਗਾ। ਜੇ ਉਹ ਇਸ ਤਰ੍ਹਾਂ ਇਸ ਕੰਮ ਤੋਂ ਹਟ ਗਿਆ ਤਾਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ। ਤੂੰ ਹੀ ਉਸਨੂੰ ਕੁਝ ਸਮਝਾ, ਉਹ ਆਪਣੇ ਕੰਮ ਤੇ ਜਾਇਆ ਕਰੇ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੰਜੂ ਕਹਿਣ ਲੱਗੀ ਕਿ ਮੰਮੀ ਮੈਂ ਰਾਜੀਵ ਨੂੰ ਕੁਝ ਵੀ ਨਹੀਂ ਕਹਿ ਸਕਦੀ। ਜਦੋਂ ਮੰਜੂ ਨੇ ਇਸ ਤਰ੍ਹਾਂ ਕਿਹਾ ਤਾਂ ਮੈਂ ਉਸਨੂੰ ਫਿਰ ਕਿਹਾ ਕਿ ਰਾਜੀਵ ਮੰਜੂ ਤੈਨੂੰ ਤਾਂ ਬਹੁਤ ਪਿਆਰ ਕਰਦਾ ਹੈ ਤੇ ਉਹ ਤੇਰੀ ਹਰ ਗੱਲ ਮੰਨਦਾ ਹੈ। ਮੇਰੀ ਤਾਂ ਉਹ ਕੋਈ ਵੀ ਗੱਲ ਨਹੀਂ ਮੰਨਦਾ। ਤੂੰ ਉਸਨੂੰ ਸਮਝਾ, ਉਹ ਤੇਰੀ ਗੱਲ ਜ਼ਰੂਰ ਮੰਨ ਲਵੇਗਾ। ਮੇਰੀ ਗੱਲ ਸੁਣ ਕੇ ਮੇਰੀ ਨੌਂ ਨੇ ਤਾਂ ਕੁਝ ਵੀ ਨਾ ਕਿਹਾ, ਪਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ। ਜਦੋਂ ਮੈਂ ਉਸਨੂੰ ਰੋਂਦੇ ਹੋਏ ਦੇਖਿਆ ਤਾਂ ਮੈਂ ਉਸਦਾ ਹੱਥ ਫੜ ਕੇ ਕਿਹਾ ਕਿ ਦੇਖ ਧੀਏ, ਜੇ ਤੈਨੂੰ ਕੋਈ ਤਕਲੀਫ ਹੈ ਤਾਂ ਤੂੰ ਮੈਨੂੰ ਦੱਸ। ਤੂੰ ਮੈਨੂੰ ਹਰ ਗੱਲ ਦੱਸ ਸਕਦੀ ਹੈ, ਮੈਂ ਵੀ ਤੇਰੀ ਮਾਂ ਵਰਗੀ ਹੀ ਹਾਂ। ਪਰ ਉਹ ਕੁਝ ਵੀ ਨਾ ਬੋਲੀ ਤੇ ਫਿਰ ਮੈਂ ਉਸਨੂੰ ਕਿਹਾ ਕਿ ਮੰਜੂ ਤੈਨੂੰ ਕੋਈ ਸਰੀਰਕ ਪਰੇਸ਼ਾਨੀ ਹੈ। ਤੇ ਮੈਂ ਇੰਨਾ ਹੀ ਕਿਹਾ ਤਾਂ ਮੰਜੂ ਉੱਚੀ ਉੱਚੀ ਰੋਣ ਲੱਗੀ। ਉਹ ਮੈਨੂੰ ਅਜੇ ਕੁਝ ਕਹਿਣ ਹੀ ਲੱਗੀ ਸੀ ਕਿ ਇੰਨੇ ਨੂੰ ਰਾਜੀਵ ਘਰ ਆ ਗਿਆ। ਰਾਜੀਵ ਨੇ ਜਦੋਂ ਮੈਨੂੰ ਤੇ ਮੰਜੂ ਨੂੰ ਇਕੱਠੀਆਂ ਬੈਠੀਆਂ ਦੇਖਿਆ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਤੇ ਮੰਜੂ ਨੂੰ ਬੁਰਾ ਭਲਾ ਕਹਿਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਕਮਰੇ ਦਾ ਗੇਟ ਕਿਵੇਂ ਖੋਲ੍ਹਿਆ ਤੇ ਮੰਮੀ ਤੇਰੇ ਕੋਲ ਕੀ ਕਰਨ ਆਏ ਨੇ। ਜਦੋਂ ਮੈਂ ਆਪਣੇ ਪੁੱਤ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖਿਆ ਤਾਂ ਮੈਨੂੰ ਬਹੁਤ ਗੁੱਸਾ ਆਇਆ। ਮੈਂ ਉਸਨੂੰ ਕਿਹਾ ਕਿ ਰਾਜੀਵ, ਅਸੀਂ ਘਰ ਵਿੱਚ ਸਿਰਫ ਨੌਂ ਸੱਸ ਹੀ ਹਾਂ। ਜੇ ਅਸੀਂ ਆਪਸ ਵਿੱਚ ਹੀ ਗੱਲ ਨਹੀਂ ਕਰਾਂਗੀਆਂ ਤਾਂ ਫਿਰ ਹੋਰ ਕੌਣ ਕਰੇਗਾ। ਤਾਂ ਅੱਗੋਂ ਜੋ ਰਾਜੀਵ ਨੇ ਕਿਹਾ ਉਹ ਸੁਣ ਕੇ ਤਾਂ ਮੈਂ ਚੁੱਪ ਹੀ ਹੋ ਗਈ। ਮੈਨੂੰ ਰਾਜੀਵ ਕਹਿਣ ਲੱਗਾ ਕਿ ਮੰਮੀ ਤੁਸੀਂ ਘਰ ਦੇ ਬਾਹਰਲੇ ਕੰਮਾਂ ਵੱਲ ਧਿਆਨ ਦਿਓ, ਤੁਹਾਨੂੰ ਸਾਡੇ ਪਤੀ ਪਤਨੀ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ। ਮੈਂ ਇਸ ਦਾ ਚੰਗੀ ਤਰ੍ਹਾਂ ਖਿਆਲ ਰੱਖ ਰਿਹਾ ਹਾਂ। ਮੈਨੂੰ ਪਤਾ ਕਿ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਤੁਹਾਨੂੰ ਸਾਡੀ ਫਿਕਰ ਕਰਨ ਦੀ ਕੋਈ ਲੋੜ ਨਹੀਂ। ਉਸ ਤੋਂ ਬਾਅਦ ਰਾਜੀਵ ਰਸੋਈ ਵਿੱਚ ਚਲਾ ਗਿਆ ਤੇ ਖਾਣਾ ਪਲੇਟ ਵਿੱਚ ਪਾ ਕੇ ਕਮਰੇ ਵਿੱਚ ਲੈ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੰਮੀ ਹੁਣ ਤੁਸੀਂ ਬਾਹਰ ਜਾਓ, ਸਾਨੂੰ ਇਕੱਲਿਆਂ ਨੂੰ ਰਹਿਣ ਦਿਓ। ਮੈਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਆਖਰ ਹੋ ਕੀ ਰਿਹਾ, ਕਿਉਂ ਇੰਨਾ ਹੀ ਬਦਲ ਗਿਆ। ਰਾਜੀਵ ਵਿਆਹ ਕਰਾਉਣ ਤੋਂ ਬਾਅਦ ਉਸਦਾ ਸੁਭਾਅ ਇੰਨਾ ਹੀ ਬਦਲ ਜਾਵੇਗਾ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਮੈਂ ਚੁੱਪਚਾਪ ਉਹਨਾਂ ਦੇ ਕਮਰੇ ਵਿੱਚੋਂ ਬਾਹਰ ਆ ਗਈ ਤਾਂ ਰਾਜੀਵ ਦੇ ਨਾਲ ਹੀ ਆਪਣੇ ਕਮਰੇ ਦਾ ਗੇਟ ਬੰਦ ਕਰ ਲਿਆ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਸੌਂ ਗਈ। ਅਚਾਨਕ ਹੀ ਰਾਤ ਨੂੰ ਮੈਨੂੰ ਪਾਣੀ ਦੀ ਪਿਆਸ ਲੱਗੀ ਤਾਂ ਜਦੋਂ ਮੈਂ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਲਈ ਗਈ ਤਾਂ ਰਾਜੀਵ ਦੇ ਕਮਰੇ ਵਿੱਚੋਂ ਮੇਰੀ ਨੌਂ ਦੀਆਂ ਚੀਕਾਂ ਬਾਹਰ ਸੁਣਾਈ ਦੇ ਰਹੀਆਂ ਸਨ। ਮੈਂ ਤਾਂ ਪਰੇਸ਼ਾਨ ਹੋ ਗਈ ਕਿ ਅੱਧੀ ਰਾਤ ਨੂੰ ਉਹ ਚੀਕਾਂ ਕਿਉਂ ਮਾਰ ਰਹੀ ਹੈ ਤੇ ਰਾਜੀਵ ਉਸ ਨੂੰ ਇੰਨਾ ਪਰੇਸ਼ਾਨ ਕਿਉਂ ਕਰ ਰਿਹਾ। ਆਖਰ ਕੋਈ ਵੀ ਮਰਦ ਔਰਤ ਤੇ ਇੰਨਾ ਜ਼ੁਲਮ ਨਹੀਂ ਕਰ ਸਕਦਾ। ਮੈਂ ਉਹਨਾਂ ਦੇ ਕਮਰੇ ਦੇ ਨੇੜੇ ਹੋ ਕੇ ਖੜ ਗਈ ਤੇ ਮੈਂ ਸੁਣਨਾ ਚਾਹੁੰਦੀ ਸੀ ਕਿ ਉਹ ਉਸ ਨੂੰ ਇੰਨਾ ਤੰਗ ਕਿਉਂ ਕਰ ਰਿਹਾ, ਪਰ ਉਸ ਦੀਆਂ ਸਿਰਫ ਚੀਕਾਂ ਹੀ ਬਾਹਰ ਮੈਨੂੰ ਸੁਣਾਈ ਦੇ ਰਹੀਆਂ ਸਨ।
ਮੈਂ ਪਹਿਲਾਂ ਕਮਰੇ ਦਾ ਗੇਟ ਖੜਕਾਉਣਾ ਚਾਹਿਆ, ਫਿਰ ਮੈਂ ਚੁੱਪ ਹੀ ਕਰ ਗਈ, ਕਿਉਂਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਅੱਧੀ ਰਾਤ ਨੂੰ ਉਹਨਾਂ ਦੇ ਕਮਰੇ ਦਾ ਗੇਟ ਖੁਲਵਾਉਣਾ ਮੈਨੂੰ ਚੰਗਾ ਨਹੀਂ ਲੱਗਾ। ਮੈਂ ਚੁੱਪ-ਚਾਪ ਜਾ ਕੇ ਆਪਣੇ ਕਮਰੇ ਵਿੱਚ ਸੌਂ ਗਈ। ਜਦੋਂ ਸੁਬਾਹ ਹੋਈ ਤਾਂ ਮੈਂ ਚਾਹ ਬਣਾ ਲਈ। ਚਾਹ ਬਣਾਉਣ ਤੋਂ ਬਾਅਦ ਮੈਂ ਉਹਨਾਂ ਦੇ ਕਮਰੇ ਦਾ ਗੇਟ ਖੜਕਾਇਆ ਤਾਂ ਰਾਜੀਵ ਨੇ ਜਦੋਂ ਕਮਰੇ ਦਾ ਗੇਟ ਖੋਲ੍ਹਿਆ ਤਾਂ ਥੋੜ੍ਹਾ ਜਿਹਾ ਹੀ ਖੋਲ੍ਹਿਆ। ਮੈਂ ਰਾਜੀਵ ਨੂੰ ਕਿਹਾ ਕਿ ਮੈਂ ਮੰਜੂ ਨਾਲ ਗੱਲ ਕਰਨੀ ਹੈ, ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੰਮੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਸਾਨੂੰ ਬਿਨਾਂ ਕੰਮ ਤੋਂ ਡਿਸਟਰਬ ਨਾ ਕਰਿਆ ਕਰੋ। ਤੁਹਾਨੂੰ ਮੰਜੂ ਨਾਲ ਇੰਨੇ ਸੁਬਾਹ ਕੀ ਕੰਮ ਹੈ? ਤੁਹਾਨੂੰ ਤਾਂ ਮੇਰੀ ਗੱਲ ਦੀ ਸਮਝ ਹੀ ਨਹੀਂ ਆਉਂਦੀ। ਤੁਸੀਂ ਵਾਰ-ਵਾਰ ਸਾਡੇ ਕਮਰੇ ਦਾ ਗੇਟ ਕਿਉਂ ਖੜਕਾਉਂਦੇ ਹੋ? ਮੈਂ ਆਪਣੀ ਘਰਵਾਲੀ ਦੇ ਨਾਲ ਕਮਰੇ ਵਿੱਚ ਵੀ ਨਹੀਂ ਰਹਿ ਸਕਦਾ। ਮੈਂ ਚੁੱਪ ਹੀ ਰਹੀ। ਜੇ ਮੈਂ ਅੱਗੇ ਬੋਲਦੀ ਤਾਂ ਘਰ ਵਿੱਚ ਕਲੇਸ਼ ਪੈ ਜਾਣਾ ਸੀ। ਮੈਂ ਚੁੱਪਚਾਪ ਆਪਣੇ ਘਰ ਦੇ ਬਾਕੀ ਕੰਮ ਕਰਨ ਲੱਗ ਗਈ। ਮੈਂ ਆਪਣੇ ਦਿਮਾਗ ਵਿੱਚ ਸੋਚਿਆ ਕਿ ਹੁਣ ਤਾਂ ਮੰਜੂ ਦੇ ਮਾਂ-ਪਿਓ ਨੂੰ ਇਸ ਗੱਲ ਬਾਰੇ ਦੱਸਣਾ ਜ਼ਰੂਰੀ ਹੈ। ਫਿਰ ਮੈਂ ਮੰਜੂ ਦੀ ਮੰਮੀ ਨਾਲ ਗੱਲ ਕਰੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਦਿਨਾਂ ਦੇ ਲਈ ਮੰਜੂ ਨੂੰ ਆਪਣੇ ਘਰ ਲੈ ਜਾਓ। ਤਾਂ ਉਸਦੀ ਮੰਮੀ ਨੇ ਕਿਹਾ ਕਿ ਅਸੀਂ ਅੱਜ ਹੀ ਆ ਜਾਵਾਂਗੇ ਤੇ ਮੰਜੂ ਨੂੰ ਨਾਲ ਲੈ ਕੇ ਜਾਵਾਂਗੇ। ਦੁਪਹਿਰ ਨੂੰ ਮੰਜੂ ਦੇ ਮੰਮੀ-ਪਾਪਾ ਆ ਗਏ। ਜਦੋਂ ਉਹ ਆਏ ਤਾਂ ਰਾਜੀਵ ਆਪਣੇ ਕੰਮ ਤੇ ਗਿਆ ਸੀ। ਮੰਜੂ ਨੇ ਰਾਜੀਵ ਨੂੰ ਫੋਨ ਕਰਕੇ ਘਰ ਬੁਲਾ ਲਿਆ। ਜਦੋਂ ਰਾਜੀਵ ਨੇ ਮੰਜੂ ਦੇ ਮੰਮੀ-ਪਾਪਾ ਨੂੰ ਦੇਖਿਆ ਤਾਂ ਉਸਦੇ ਮੰਮੀ ਕਹਿਣ ਲੱਗੇ ਕਿ ਅਸੀਂ ਤਾਂ ਮੰਜੂ ਨੂੰ ਆਪਣੇ ਨਾਲ ਹੀ ਲੈਣ ਲਈ ਆਏ ਹਾਂ। ਤਾਂ ਰਾਜੀਵ ਬਹੁਤ ਗੁੱਸੇ ਹੋਇਆ ਤੇ ਉਹ ਉਲਟਿਆ ਉਹਨਾਂ ਨਾਲ ਹੀ ਲੜਨ ਲੱਗ ਪਿਆ ਤੇ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਤੇ ਉਹਨਾਂ ਨੂੰ ਖਾਲੀ ਹੀ ਵਾਪਸ ਭੇਜ ਦਿੱਤਾ। ਜਦੋਂ ਰਾਜੀਵ ਨੂੰ ਇਹ ਪਤਾ ਲੱਗਿਆ ਕਿ ਮੰਜੂ ਦੇ ਮੰਮੀ-ਪਾਪਾ ਨੂੰ ਮੈਂ ਹੀ ਬੁਲਾਇਆ ਹੈ ਤਾਂ ਉਸਨੇ ਮੇਰੇ ਨਾਲ ਵੀ ਬਹੁਤ ਲੜਾਈ ਕੀਤੀ। ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆਉਂਦਾ ਕਿ ਇਹ ਮੇਰਾ ਪੁੱਤ ਹੈ। ਉਹ ਤਾਂ ਮੈਨੂੰ ਹੀ ਕਹਿਣ ਲੱਗਾ ਕਿ ਤੂੰ ਕਿਸ ਤਰ੍ਹਾਂ ਦੀ ਮਾਂ ਹੈ? ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਤੁਸੀਂ ਮੈਨੂੰ ਤੇ ਮੰਜੂ ਨੂੰ ਇਕੱਠੇ ਕਿਉਂ ਨਹੀਂ ਰਹਿਣ ਦਿੰਦੇ। ਤੁਹਾਨੂੰ ਕੀ ਜ਼ਰੂਰਤ ਸੀ ਕਿ ਉਸਦੀ ਮੰਮੀ ਨੂੰ ਇਹ ਕਹਿਣ ਦੀ ਕਿ ਤੁਸੀਂ ਮੰਜੂ ਨੂੰ ਆਪਣੇ ਨਾਲ ਲੈ ਜਾਓ? ਤੁਸੀਂ ਮੰਮੀ ਇੰਝ ਕਰੋ, ਕੁਝ ਦਿਨਾਂ ਦੇ ਲਈ ਮਾਸੀ ਕੋਲ ਚਲੇ ਜਾਓ ਤੇ ਤੁਹਾਡਾ ਦਿਮਾਗ ਵੀ ਠੀਕ ਹੋ ਜਾਵੇਗਾ। ਮੈਨੂੰ ਤਾਂ ਹੁਣ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਮੰਜੂ ਦੀ ਪਰੇਸ਼ਾਨੀ ਦਾ ਕਿਵੇਂ ਪਤਾ ਲਗਾਵਾਂ ਕਿ ਉਹ ਆਖਰ ਉਸ ਨੂੰ ਕੀ ਪਰੇਸ਼ਾਨੀ ਹੈ। ਪਰ ਮੈਂ ਇਸ ਵਕਤ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝੀ। ਜੇ ਮੈਂ ਕੁਝ ਬੋਲਦੀ ਤਾਂ ਲੋਕਾਂ ਨੇ ਸਾਡੇ ਘਰ ਦਾ ਤਮਾਸ਼ਾ ਕੰਧਾਂ ਤੇ ਖੜ-ਖੜ ਕੇ ਦੇਖਣਾ ਸੀ ਤੇ ਮੈਂ ਤਾਂ ਪ੍ਰਮਾਤਮਾ ਤੇ ਹੀ ਸਭ ਕੁਝ ਛੱਡ ਦਿੱਤਾ ਕਿ ਉਹੀ ਸਭ ਕੁਝ ਠੀਕ ਕਰਨਗੇ ਤੇ ਉਹੀ ਰਾਜੀਵ ਨੂੰ ਅਕਲ ਬਖਸ਼ਣਗੇ। ਫਿਰ ਹੌਲੀ-ਹੌਲੀ ਦਿਨ ਲੰਘਦੇ ਗਏ, ਪਰ ਮੈਨੂੰ ਹਰ ਰੋਜ਼ ਰਾਤ ਨੂੰ ਹੁਣ ਮੰਜੂ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ। ਪਹਿਲਾਂ ਤਾਂ ਕਦੇ ਮੈਂ ਇਸ ਗੱਲ ਦਾ ਧਿਆਨ ਹੀ ਨਹੀਂ ਸੀ ਦਿੱਤਾ, ਪਰ ਹੁਣ ਜਦੋਂ ਵੀ ਉਸਦੀਆਂ ਚੀਕਾਂ ਬਾਹਰ ਸੁਣਦੀਆਂ ਤਾਂ ਮੈਨੂੰ ਜਾਗ ਆ ਜਾਂਦੀ। ਅਗਲੇ ਮਹੀਨੇ ਮੇਰੇ ਪੁੱਤ ਨੂੰ ਕੰਮ ਦੇ ਲਈ 2 ਦਿਨਾਂ ਦੇ ਲਈ ਬਾਹਰ ਜਾਣਾ ਸੀ। ਮੈਂ ਵੀ ਸ਼ੁਕਰ ਮਨਾਇਆ ਕਿ ਉਹ 2 ਦਿਨ ਬਾਹਰ ਜਾਵੇਗਾ ਤਾਂ ਮੈਂ ਮੰਜੂ ਨਾਲ ਖੁੱਲ੍ਹ ਕੇ ਗੱਲ ਕਰ ਲਵਾਂਗੀ। ਪਰ ਜਦੋਂ ਉਹ ਘਰੋਂ ਗਿਆ ਤਾਂ ਉਹ ਮੰਜੂ ਨੂੰ ਪੂਰੀ ਸਖਤੀ ਨਾਲ ਕਹਿ ਕੇ ਗਿਆ ਕਿ ਜੇ ਤੂੰ ਮੰਮੀ ਨੂੰ ਕੁਝ ਦੱਸਿਆ ਜਾਂ ਉਸਦੇ ਨਾਲ ਕੋਈ ਗੱਲਬਾਤ ਕਰੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ। ਉਹ ਮੈਨੂੰ ਵੀ ਇਹੀ ਗੱਲ ਕਹਿ ਕੇ ਗਿਆ, ਪਰ ਮੈਨੂੰ ਤਾਂ ਇਸ ਮੌਕੇ ਦਾ ਇੰਤਜ਼ਾਰ ਸੀ। ਉਹ ਜਦੋਂ ਗਿਆ ਤਾਂ ਉਸ ਤੋਂ ਬਾਅਦ ਮੰਜੂ ਦੇ ਕਮਰੇ ਵਿੱਚ ਮੈਂ ਚਲੀ ਗਈ ਤੇ ਮੈਂ ਮੰਜੂ ਨੂੰ ਕਿਹਾ ਕਿ ਹੁਣ ਤਾਂ ਰਾਜੀਵ ਘਰ ਨਹੀਂ। ਮੰਜੂ ਪੁੱਤ, ਤੂੰ ਹੁਣ ਬਾਹਰ ਆ ਜਾ। ਪਰ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਕਮਰੇ ਦੀ ਹਾਲਤ ਬਹੁਤ ਹੀ ਖਰਾਬ ਸੀ। ਮੇਰੇ ਤਾਂ ਕਮਰੇ ਦਾ ਹਾਲ ਦੇਖ ਕੇ ਹੋਸ਼ ਹੀ ਉੱਡ ਗਏ। ਕਮਰੇ ਵਿੱਚ ਤਾਂ ਇੰਨਾ ਜ਼ਿਆਦਾ ਖਲਾਰਾ ਪਿਆ ਸੀ ਜਿਵੇਂ ਕਿਸੇ ਜਾਨਵਰ ਨੂੰ ਕਮਰੇ ਵਿੱਚ ਛੱਡਿਆ ਹੋਵੇ। ਮੈਂ ਮੰਜੂ ਨੂੰ ਕਿਹਾ ਕਿ ਚੱਲ ਪੁੱਤ, ਤੂੰ ਮੇਰੇ ਨਾਲ ਬਾਹਰ ਚੱਲ। ਤਾਂ ਮੰਜੂ ਮੇਰੇ ਅੱਗੇ ਹੱਥ ਜੋੜ ਕੇ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਮੈਨੂੰ ਕਹਿਣ ਲੱਗੀ ਕਿ ਮੰਮੀ, ਤੁਸੀਂ ਮੈਨੂੰ ਬਾਹਰ ਨਾ ਲੈ ਕੇ ਜਾਓ, ਨਹੀਂ ਤਾਂ ਰਾਜੀਵ ਨੂੰ ਜੇ ਪਤਾ ਚੱਲ ਗਿਆ ਤਾਂ ਉਹ ਤੁਹਾਡੇ ਨਾਲ ਤੇ ਮੇਰੇ ਨਾਲ ਬਹੁਤ ਬੁਰਾ ਕਰੇਗਾ। ਮੈਂ ਮੰਜੂ ਨੂੰ ਕਿਹਾ ਕਿ ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਇੰਨੀ ਡਰਪੋਕ ਕਿਉਂ ਹੈ? ਅੱਜ ਤੂੰ ਮੈਨੂੰ ਸਾਰੀ ਸੱਚਾਈ ਖੁੱਲ੍ਹ ਕੇ ਦੱਸ ਦੇ। ਆਖਰ ਰਾਜੀਵ ਤੇਰੇ ਨਾਲ ਅਜਿਹਾ ਕੀ ਕਰਦਾ ਕਿ ਰਾਤ ਨੂੰ ਤੇਰੀਆਂ ਚੀਕਾਂ ਕਮਰੇ ਤੋਂ ਬਾਹਰ ਸੁਣਦੀਆਂ? ਤੈਨੂੰ ਮੇਰੀ ਸਹੁੰ, ਜੇ ਤੂੰ ਮੈਨੂੰ ਸੱਚ-ਸੱਚ ਨਾ ਦੱਸਿਆ ਤਾਂ। ਜਦੋਂ ਮੈਂ ਉਸਨੂੰ ਇਹ ਗੱਲ ਹਜੇ ਕਹੀ ਹੀ ਸੀ ਤਾਂ ਮੰਜੂ ਮੇਰੇ ਗਲ ਲੱਗ ਕੇ ਬਹੁਤ ਰੋਈ ਤੇ ਉਹ ਬੋਲੀ ਕਿ ਮੰਮੀ, ਰਾਜੀਵ ਹਰ ਰੋਜ਼ ਰਾਤ ਨੂੰ ਅੰਗਰੇਜ਼ੀ ਫਿਲਮ ਲਗਾ ਕੇ ਮੇਰੇ ਨਾਲ ਦਿਨ ਵਿੱਚ ਕਈ ਵਾਰ। ਇੰਨਾ ਕਹਿ ਕੇ ਉਹ ਫਿਰ ਉੱਚੀ-ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਉਹ ਤਾਂ ਮੇਰੇ ਨਾਲ ਜਾਨਵਰਾਂ ਵਾਂਗ ਕਰਦਾ ਹੈ। ਜਿਵੇਂ ਉਹਨਾਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਹੈ, ਉਹ ਮੇਰੇ ਨਾਲ ਵੀ ਉਸੇ ਤਰ੍ਹਾਂ ਹੀ ਕਰਦਾ ਹੈ, ਚਾਹੇ ਮੈਨੂੰ ਕਿੰਨੀ ਵੀ ਤਕਲੀਫ ਕਿਉਂ ਨਾ ਹੋਵੇ।
ਪਰ ਉਹ ਆਪਣੀ ਜਿੱਦ ਨਹੀਂ ਛੱਡਦਾ। ਉਹ ਤਾਂ ਮੈਨੂੰ ਇਨਸਾਨ ਸਮਝਦਾ ਹੀ ਨਹੀਂ, ਮੇਰੇ ਨਾਲ ਬਹੁਤ ਜ਼ੋਰ ਜ਼ਬਰਦਸਤੀ ਕਰਦਾ ਹੈ। ਬਸ ਉਸ ਨੂੰ ਤਾਂ ਆਪਣੇ ਦਿਲ ਦੀ ਇੱਛਾ ਪੂਰਤੀ ਦੀ ਹੀ ਹੁੰਦੀ ਹੈ। ਉਸ ਨੂੰ ਤਾਂ ਮੇਰੀ ਬਿਲਕੁਲ ਵੀ ਪਰਵਾਹ ਨਹੀਂ। ਇਸੇ ਕਰਕੇ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਮੇਰੇ ਤੋਂ ਉਹ ਸਭ ਕੁਝ ਝੱਲਿਆ ਨਹੀਂ ਜਾਂਦਾ। ਮੰਜੂ ਮੈਨੂੰ ਗੱਲ ਦੱਸ ਰਹੀ ਸੀ, ਪਰ ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਮੇਰਾ ਪੁੱਤ ਇਸ ਤਰ੍ਹਾਂ ਦਾ ਹੋਵੇਗਾ। ਉਹ ਤਾਂ ਬਹੁਤ ਹੀ ਜ਼ਿਆਦਾ ਸਿਆਣਾ ਸੀ, ਪਰ ਵਿਆਹ ਤੋਂ ਬਾਅਦ ਉਹ ਇੰਨਾ ਬਦਲ ਗਿਆ, ਬਹੁਤ ਹੀ ਬਦਲ ਗਿਆ ਸੀ। ਫਿਰ ਮੈਂ ਮੰਜੂ ਨੂੰ ਕਿਹਾ ਕਿ ਮੰਜੂ, ਤੂੰ ਇੰਨੇ ਦਿਨਾਂ ਤੋਂ ਇਹ ਜ਼ੁਲਮ ਸਹਿ ਰਹੀ ਹੈ, ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਜੇ ਤੈਨੂੰ ਮੇਰੇ ਤੋਂ ਸ਼ਰਮ ਆਉਂਦੀ ਸੀ ਤਾਂ ਤੂੰ ਆਪਣੇ ਮੰਮੀ ਕੋਲ ਗੱਲ ਕਰ ਦਿੰਦੀ। ਜਿਸ ਦਿਨ ਤੇਰੇ ਮੰਮੀ ਪਾਪਾ ਆਪਣੇ ਘਰ ਆਏ ਸੀ, ਤੂੰ ਉਸ ਦਿਨ ਉਹਨਾਂ ਨੂੰ ਦੱਸ ਸਕਦੀ ਸੀ। ਤਾਂ ਮੰਜੂ ਕਹਿਣ ਲੱਗੀ ਕਿ ਮੰਮੀ, ਮੈਂ ਤਾਂ ਮਜਬੂਰ ਹਾਂ, ਮੈਂ ਰਾਜੀਵ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਦੱਸ ਸਕਦੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਜੇ ਕਿਸੇ ਕੋਲ ਗੱਲ ਨਹੀਂ ਕਰੇਗੀ ਤਾਂ ਉਹ ਤੈਨੂੰ ਹਰ ਰੋਜ਼ ਇਸੇ ਤਰ੍ਹਾਂ ਤੰਗ ਕਰੇਗਾ ਤੇ ਤੇਰੀ ਮੌਤ ਹੋ ਜਾਵੇਗੀ। ਤਾਂ ਮੰਜੂ ਕਹਿਣ ਲੱਗੀ ਕਿ ਮੰਮੀ, ਜੇ ਕਿਸੇ ਨੂੰ ਰਾਜੀਵ ਦੇ ਬਾਰੇ ਦੱਸ ਦਿੱਤਾ ਤਾਂ ਉਹ ਮੇਰੀਆਂ ਜੋ ਆਪਣੇ ਮੋਬਾਈਲ ਵਿੱਚ ਫਿਲਮਾਂ ਬਣਾਈਆਂ ਹਨ ਉਹ ਸਾਰਿਆਂ ਦੇ ਸ਼ਰੇਆਮ ਸਾਹਮਣੇ ਸ਼ੇਅਰ ਕਰ ਦੇਵੇਗਾ। ਫਿਰ ਮੇਰਾ ਕੀ ਹੋਵੇਗਾ? ਉਸਨੇ ਮੈਨੂੰ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਤੂੰ ਕਿਸੇ ਨੂੰ ਇਸ ਗੱਲ ਬਾਰੇ ਕੋਈ ਗੱਲ ਦੱਸੀ ਤਾਂ ਮੈਂ ਤੇਰੀ ਵੀਡੀਓ ਸਭ ਨੂੰ ਦਿਖਾ ਦੇਵਾਂਗਾ। ਬਸ ਹੁਣ ਤਾਂ ਮੈਨੂੰ ਇਹ ਨਰਕ ਭਰੀ ਜ਼ਿੰਦਗੀ ਜਿਉਣ ਦੀ ਆਦਤ ਪੈ ਗਈ। ਜਦੋਂ ਮੈਂ ਮੰਜੂ ਦੀ ਇਹ ਗੱਲ ਸੁਣੀ ਤਾਂ ਮੈਨੂੰ ਰਾਜੀਵ ਦੇ ਨਾਲ ਨਫ਼ਰਤ ਹੋ ਗਈ ਕਿ ਆਖਰ ਮੇਰਾ ਪੁੱਤ ਇਸ ਰਸਤੇ ਤੇ ਕਦੋਂ ਤੋਂ ਚੱਲ ਪਿਆ। ਉਹ ਤਾਂ ਵਧੀਆ ਸੀ, ਪਰ ਮੈਨੂੰ ਵੀ ਕੁਝ ਨਹੀਂ ਸੀ ਸਮਝ ਆ ਰਹੀ। ਫਿਰ ਇੱਕ ਦਿਨ ਮੈਂ ਉਸਦੇ ਦੋਸਤ ਨਾਲ ਗੱਲ ਕਰੀ, ਜੋ ਉਸਦਾ ਬਚਪਨ ਦਾ ਦੋਸਤ ਸੀ। ਤਾਂ ਉਸਨੇ ਮੈਨੂੰ ਕਿਹਾ ਕਿ ਆਂਟੀ, ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਨੀ ਚਾਹੁੰਦਾ ਸੀ। ਜਦੋਂ ਰਾਜੀਵ 5 ਸਾਲ ਦੂਸਰੇ ਸ਼ਹਿਰ ਵਿੱਚ ਰਿਹਾ ਤਾਂ ਉਸ ਦੀ ਜਿਹੜੇ ਦੋਸਤਾਂ ਨਾਲ ਬਹਿਣੀ ਉੱਠਣੀ ਸੀ ਉਹ ਬਹੁਤ ਹੀ ਘਟੀਆ ਕਿਸਮ ਦੇ ਸਨ। ਉਹ ਰਾਤ ਨੂੰ ਉਸਨੂੰ ਕਲੱਬਾਂ ਵਿੱਚ ਲੈ ਕੇ ਜਾਂਦੇ ਸਨ ਤੇ ਉਸਨੂੰ ਉੱਥੇ ਨਸ਼ਾ ਕਰਵਾ ਕੇ ਇਹ ਸਭ ਕੁਝ ਕਰਨ ਲਈ ਕਹਿੰਦੇ ਸਨ। ਉੱਥੋਂ ਹੀ ਉਸਦਾ ਇਹ ਆਦਤਾਂ ਵਿਗੜ ਗਈਆਂ। ਮੈਂ ਰਾਜੀਵ ਨੂੰ ਬਹੁਤ ਸਮਝਾਇਆ, ਪਰ ਉਸਨੇ ਮੇਰੀ ਇੱਕ ਵੀ ਨਾ ਮੰਨੀ। ਮੈਂ ਉਸਨੂੰ ਇਹ ਵੀ ਕਿਹਾ ਕਿ ਹੁਣ ਤਾਂ ਤੇਰਾ ਵਿਆਹ ਹੋਣ ਵਾਲਾ ਹੈ, ਹੁਣ ਤਾਂ ਤੂੰ ਸੁਧਰ ਜਾ। ਪਰ ਉਹ ਕਹਿੰਦਾ ਕਿ ਹੁਣ ਤਾਂ ਮੈਨੂੰ ਇਸ ਚੀਜ਼ ਦਾ ਨਸ਼ਾ ਹੋ ਗਿਆ ਹੈ। ਜੇ ਮੈਂ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਦਾ ਤਾਂ ਮੇਰੇ ਦਿਲ ਨੂੰ ਸਕੂਨ ਨਹੀਂ ਮਿਲਦਾ। ਹੁਣ ਤਾਂ ਮੈਂ ਸੋਚ ਲਿਆ ਸੀ ਕਿ ਇਸ ਦਾ ਫੈਸਲਾ ਮੈਨੂੰ ਹੀ ਕਰਨਾ ਪਵੇਗਾ। ਫਿਰ ਇੱਕ ਦਿਨ ਰਾਜੀਵ ਘਰ ਜਦੋਂ ਵਾਪਸ ਆਇਆ ਤਾਂ ਰਾਜੀਵ ਨੇ ਫਿਰ ਉਹੀ ਕਹਾਣੀ ਸ਼ੁਰੂ ਕਰ ਦਿੱਤੀ। ਉਹ ਤਾਂ ਨਾ ਦਿਨ ਦੇਖਦਾ ਸੀ ਤੇ ਨਾ ਰਾਤ। ਬਸ ਉਸਨੂੰ ਤਾਂ ਇੱਕ ਹੀ ਕੰਮ ਸੀ। ਇੱਕ ਦਿਨ ਉਹ ਆਪਣੇ ਕਮਰੇ ਵਿੱਚ ਹੀ ਸੀ ਤਾਂ ਮੈਂ ਉਸਦੇ ਕਮਰੇ ਦਾ ਗੇਟ ਜ਼ੋਰ-ਜ਼ੋਰ ਨਾਲ ਖੜਕਾਇਆ। ਤਾਂ ਜਦੋਂ ਰਾਜੀਵ ਨੇ ਕਮਰੇ ਦਾ ਗੇਟ ਖੋਲ੍ਹਿਆ ਤਾਂ ਰਾਜੀਵ ਦੀ ਹਾਲਤ ਵੀ ਬਹੁਤ ਹੀ ਖਰਾਬ ਸੀ। ਉਸਨੇ ਜਦੋਂ ਗੇਟ ਖੋਲ੍ਹਿਆ ਉਹ ਬਹੁਤ ਹੀ ਗੁੱਸੇ 'ਚ ਸੀ ਤੇ ਉਹ ਮੈਨੂੰ ਬਹੁਤ ਉੱਚੀ-ਉੱਚੀ ਬੋਲ ਰਿਹਾ ਸੀ। ਜਦੋਂ ਉਹ ਮੈਨੂੰ ਇਸ ਤਰ੍ਹਾਂ ਗੁੱਸੇ ਵਿੱਚ ਮੇਰੇ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਉਸਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ। ਮੈਂ ਪਹਿਲਾਂ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਉੱਧਰੋਂ ਮੰਜੂ ਦੇ ਮੰਮੀ ਪਾਪਾ ਨੂੰ ਵੀ ਫੋਨ ਕਰ ਦਿੱਤਾ ਸੀ। ਪੁਲਿਸ ਤੇ ਉਸਦੇ ਮੰਮੀ ਪਾਪਾ ਸਾਡੇ ਘਰ ਆ ਗਏ ਤਾਂ ਪੁਲਿਸ ਨੇ ਰਾਜੀਵ ਨੂੰ ਹੱਥ ਕੜੀ ਲਗਾ ਕੇ ਫੜ ਲਿਆ ਤੇ ਉਸਦਾ ਫੋਨ ਉਸ ਤੋਂ ਖੋਹ ਲਿਆ। ਤਾਂ ਰਾਜੀਵ ਮੇਰੇ ਨਾਲ ਗੁੱਸੇ ਵਿੱਚ ਗੱਲ ਕਰ ਰਿਹਾ ਸੀ ਤੇ ਮੈਨੂੰ ਕਹਿਣ ਲੱਗਿਆ ਕਿ ਮੰਮੀ, ਇਹ ਸਭ ਕੁਝ ਤੁਸੀਂ ਹੀ ਕਰਿਆ ਹੈ, ਤੁਸੀਂ ਤਾਂ ਮੇਰੀ ਮਾਂ ਹੀ ਨਹੀਂ ਹੋ। ਤਾਂ ਮੈਂ ਵੀ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਹਾਂ, ਮੈਨੂੰ ਵੀ ਤੈਨੂੰ ਪੁੱਤ ਕਹਿੰਦੀ ਨੂੰ ਸ਼ਰਮ ਆਉਂਦੀ ਹੈ। ਜਦੋਂ ਮੈਂ ਅੰਦਰ ਗਈ ਤਾਂ ਮੰਜੂ ਦੀ ਹਾਲਤ ਬਹੁਤ ਖਰਾਬ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਆਪਣੇ ਕੱਪੜੇ ਠੀਕ ਕਰ ਤੇ ਮੇਰੇ ਨਾਲ ਬਾਹਰ ਚੱਲ। ਤਾਂ ਫਿਰ ਮੈਨੂੰ ਜਦੋਂ ਰਾਜੀਵ ਨੂੰ ਪੁਲਿਸ ਫੜ ਕੇ ਲੈ ਗਈ ਤਾਂ ਮੰਜੂ ਨੇ ਮੈਨੂੰ ਇੱਕ ਗੱਲ ਹੋਰ ਦੱਸੀ ਤੇ ਉਹ ਕਹਿਣ ਲੱਗੀ ਕਿ ਮੰਮੀ, ਰਾਜੀਵ ਨੂੰ ਇਹ ਸਭ ਕੁਝ ਕਰਨ ਵਿੱਚ ਮਜ਼ਾ ਆਉਂਦਾ ਹੈ। ਉਸਨੇ ਇਹ ਸਭ ਕੁਝ ਆਪਣੇ ਦੋਸਤਾਂ ਤੋਂ ਹੀ ਸਿੱਖਿਆ ਹੈ। ਹੁਣ ਤਾਂ ਇਹ ਉਸਦੇ ਲਈ ਇੱਕ ਮਜਬੂਰੀ ਬਣ ਗਈ ਹੈ ਤੇ ਉਸਦੀ ਦਿਮਾਗ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੀ ਚੱਲਦੀਆਂ ਰਹਿੰਦੀਆਂ। ਉਹ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਆ। ਉਹਨਾਂ ਦਾ ਇਲਾਜ ਸਾਨੂੰ ਕਰਵਾਉਣਾ ਪਵੇਗਾ। ਜਦੋਂ ਪੁਲਿਸ ਨੇ ਰਾਜੀਵ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤਾਂ ਉਸਦਾ ਨਾਲ-ਨਾਲ ਹਸਪਤਾਲ ਵਿੱਚ ਵੀ ਇਲਾਜ ਸ਼ੁਰੂ ਕਰ ਦਿੱਤਾ, ਕਿਉਂਕਿ ਜੇਲ੍ਹ ਵਿੱਚ ਜਿਹੜਾ ਹਸਪਤਾਲ ਸੀ ਉਸ ਵਿੱਚ ਰਾਜੀਵ ਦਾ ਮੈਂਟਲੀ ਟਰੀਟਮੈਂਟ ਵੀ ਸ਼ੁਰੂ ਹੋ ਗਿਆ। ਰਾਜੀਵ ਨੂੰ ਇਹ ਦਿਮਾਗੀ ਪ੍ਰੋਬਲਮ ਸੀ। ਉਸਦੇ ਦਿਮਾਗ ਵਿੱਚ ਹੀ ਸਭ ਕੁਝ ਉਸਦੇ ਦੋਸਤਾਂ ਨੇ ਭਰ ਦਿੱਤਾ ਸੀ ਕਿ ਜੇਕਰ ਤੂੰ ਇਹ ਸਭ ਕੁਝ ਨਾ ਕੀਤਾ ਤਾਂ ਤੇਰੀ ਮੌਤ ਹੋ ਜਾਵੇਗੀ। ਉਹ ਨਸ਼ਾ ਕਰਦਾ ਤੇ ਫਿਰ ਉਸ ਤੋਂ ਬਾਅਦ ਆਪਣੀ ਘਰਵਾਲੀ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ। 3 ਮਹੀਨਿਆਂ ਬਾਅਦ ਜਦੋਂ ਰਾਜੀਵ ਦਾ ਪੂਰਾ ਟਰੀਟਮੈਂਟ ਹੋ ਗਿਆ ਤਾਂ ਉਸਨੂੰ ਪੁਲਿਸ ਨੇ ਬਰੀ ਕਰ ਦਿੱਤਾ। ਜਦੋਂ ਰਾਜੀਵ ਘਰ ਆਇਆ ਤਾਂ ਉਹ ਬਿਲਕੁਲ ਠੀਕ ਸੀ
ਮੈਂ ਤਾਂ ਮੰਜੂ ਨੂੰ ਉਸਦੇ ਮੰਮੀ ਪਾਪਾ ਕੋਲ ਹੀ ਭੇਜ ਦਿੱਤਾ ਸੀ। ਉਸਨੇ ਆਉਂਦਿਆਂ ਹੀ ਕਿਹਾ ਕਿ ਮੰਮੀ, ਮੇਰੇ ਤੋਂ ਇਹ ਸਭ ਕੁਝ ਆਪਣੀਆਂ ਗਲਤ ਆਦਤਾਂ ਕਰਕੇ ਹੀ ਮੈਂ ਤੁਹਾਨੂੰ ਬੁਰਾ ਭਲਾ ਕਹਿੰਦਾ ਰਿਹਾ। ਤੁਸੀਂ ਮੈਨੂੰ ਮਾਫ਼ ਕਰ ਦਿਓ। ਅੱਗੇ ਤੋਂ ਮੈਂ ਤੁਹਾਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਾਂਗਾ। ਤੇ ਮੰਜੂ ਕਿੱਥੇ ਹੈ? ਮੈਂ ਉਸਨੂੰ ਕਿਹਾ ਕਿ ਮੰਜੂ ਤਾਂ ਆਪਣੇ ਪੇਕੇ ਹੈ। ਤਾਂ ਫਿਰ ਉਹ ਮੰਜੂ ਨੂੰ ਪੇਕਿਆਂ ਤੋਂ ਆਪਣੇ ਨਾਲ ਲੈ ਆਇਆ। ਹੁਣ ਉਹ ਦੋਵੇਂ ਪਤੀ ਪਤਨੀ ਖੁਸ਼ ਹਨ ਤੇ ਮੈਨੂੰ ਵੀ ਰਾਜੀਵ ਆਪਣੀ ਮਾਂ ਸਮਝਦਾ ਸੀ ਤੇ ਮੈਨੂੰ ਆਪਣੇ ਨਾਲ ਤੇ ਉਹ ਮੇਰੇ ਨਾਲ ਗੱਲਾਂ ਬਾਤਾਂ ਵੀ ਕਰਦਾ ਸੀ। ਹੁਣ ਮੈਂ ਖੁਸ਼ ਸੀ ਕਿ ਮੇਰਾ ਪੁੱਤ ਸਹੀ ਰਾਹ ਤੇ ਚੱਲ ਪਿਆ। ਹਾਂਜੀ ਦੋਸਤੋ, ਜਿਵੇਂ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਿਹੀ ਸੰਗਤ ਵੈਸੀ ਰੰਗਤ। ਆਪਾਂ ਜੇਕਰ ਚੰਗੀ ਸੰਗਤ ਦਾ ਸਾਥ ਕਰਾਂਗੇ ਤਾਂ ਆਪਾਂ ਵਧੀਆ ਆਦਤਾਂ ਅਪਣਾਵਾਂਗੇ। ਇਸੇ ਕਹਾਣੀ ਵਿੱਚ ਇਸੇ ਤਰ੍ਹਾਂ ਦੀ ਸਾਨੂੰ ਸਿੱਖਿਆ ਮਿਲੀ ਹੈ ਕਿ ਸਾਨੂੰ ਕਦੇ ਵੀ ਮਾੜੀ ਸੰਗਤ ਵਿੱਚ ਆਪਣਾ ਬਹਿਣੀ ਉੱਠਣੀ ਨਹੀਂ ਕਰਨੀ ਚਾਹੀਦੀ। ਕਹਾਣੀ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।